ਵੇਖਣ ਦੇ ਸਮਾਂ ਭੈਣੋ ਅਸਲਾਮ ਅਲੈਕੁਮ। ਸਾਡੇ ਚੈਨਲ ਨਾਲ ਹੈ ਸਾਲੀਪੁਰ ਗੋਟ ਫਾਰਮ। ਉਮੀਦ ਕਰਦਾ ਸਾਰੇ ਭਾਈ ਠੀਕ ਹੋਣਗੇ। ਅੱਛਾ ਦੋਸਤੋ, ਅੱਜ ਦੀ ਵੀਡੀਓ ਆਪਾਂ ਫਿਰ ਦੁਬਾਰਾ ਚਾਰੇ 'ਤੇ ਕਰਾਂਗੇ ਕਿ ਬੱਕਰੀਆਂ ਨੂੰ ਚਾਰਾ ਕਿਹੜਾ ਦੇਣਾ ਚਾਹੀਦਾ ਵਾ ਅਤੇ ਕਿਸ ਤਰ੍ਹਾਂ ਦੇਣਾ ਚਾਹੀਦਾ। ਅਤੇ ਇੱਕ ਭਾਈ ਨੇ ਕਮੈਂਟ ਵੀ ਕੀਤਾ ਸੀਗਾ ਕਿ ਬੱਕਰੀ ਨੂੰ ਜਿਹੜਾ ਖੁਸ਼ਕ ਚਾਰਾ ਦੇਈਦਾ ਵਾ ਉਹਦੇ ਵਿੱਚ ਤੂੜੀ ਦਾਣਾ ਤਾਂ ਹੈ ਹੀ ਆ, ਵੀ ਅਸੀਂ ਗੰਦਮ ਦੇ ਵਿੱਚ ਜਿਹੜੀ ਆ ਉਹ ਤੂੜੀ ਵਿੱਚ ਅਸੀਂ ਗੰਦਮ ਮਿਕਸ ਕਰਕੇ ਨਾ ਅਤੇ ਬੱਕਰੀਆਂ ਨੂੰ ਦੇ ਦਿੰਦੇ ਹਾਂ। ਅਤੇ ਉਸ ਤੋਂ ਇਲਾਵਾ ਭਾਈ ਦਾ ਇਹ ਸਵਾਲ ਸੀਗਾ ਕਿ ਜਿਹੜਾ ਸਬਜ਼ ਚਾਰਾ ਵਾ ਅਸੀਂ ਉਹਨੂੰ ਧੁੱਪ ਦੇ ਵਿੱਚ 2-3 ਘੰਟੇ ਜਿਹੜਾ ਸੁਕਾ ਕੇ ਅਸੀਂ ਦੇ ਸਕਦੇ ਹਾਂ। ਅਤੇ ਦੇਖੋ ਵੀਰੋ, 2-3 ਘੰਟੇ ਦੇ ਵਿੱਚ ਚਾਰਾ ਖੁਸ਼ਕ ਤਾਂ ਨਹੀਂ ਹੁੰਦਾ, ਅਤੇ ਲੇਕਿਨ ਤੁਸੀਂ ਅਗਰ ਗਰਮੀ ਆ ਤਾਂ ਉਹਦੇ ਵਿੱਚ ਇੱਕ ਧੁੱਪ ਵਾ ਨਾ ਜਿਹੜੀ ਫੁੱਲ ਵੀ ਦਿਨ ਦੇ ਵਿੱਚ ਅਗਰ ਧੁੱਪ 12 ਘੰਟੇ ਵੀ ਅਗਰ ਮਿਸਾਲ ਤੌਰ 'ਤੇ ਰਹਿੰਦੀ ਆ ਅਤੇ ਇੱਕ ਧੁੱਪ ਕਾਫੀ ਆ ਚਾਰੇ ਨੂੰ ਨਾ ਖੁਸ਼ਕ ਹੋਣ ਵਾਸਤੇ। ਅਤੇ ਜੇ ਸਰਦੀ ਆ ਤਾਂ ਸਰਦੀ ਵਿੱਚ ਤਕਰੀਬਨ 3 ਤੋਂ 4 ਧੁੱਪਾਂ ਜਿਹੜੀਆਂ ਲੱਗ ਜਾਂਦੀਆਂ। ਅਤੇ ਮੈਂ ਹੁਣ ਥੋੜ੍ਹਾ ਤਜਰਬਾ ਵਗੈਰਾ ਕਰ ਰਿਹਾ ਵਾਂ ਬਰਸੀਮ ਦੀ ਹੇਹ ਬਣਾਉਣ ਦਾ, ਜੀ ਉਹਦੀ ਹੇਹ ਹੁਣ ਕਿੱਦਾਂ ਬਣਾਈ ਦੀ ਆ। ਮੈਂ ਇਹ ਛੱਤ ਵਾ ਨਾ ਇਹਦੇ ਥੋੜ੍ਹਾ ਜਿਹਾ ਪਾਇਆ ਹੋਇਆ ਵਾ ਖੁਸ਼ਕ ਕਰਨ ਵਾਸਤੇ। ਉਹ ਜਦੋਂ ਖੁਸ਼ਕ ਹੋਏਗਾ ਅਗਰ ਤਾਂ ਉਹਦਾ ਰਿਜ਼ਲਟ ਸਾਨੂੰ ਸਹੀ ਮਿਲੇ, ਖੁਸ਼ਕ ਸਹੀ ਹੋਇਆ, ਫਿਰ ਆਪਾਂ ਉਹਦੇ 'ਤੇ ਵੀ ਵੀਡੀਓ ਬਣਾਵਾਂਗੇ ਕਿ ਉਹਨੂੰ ਖੁਸ਼ਕ ਕਿੱਦਾਂ ਕਰੀਦਾ ਵਾ ਅਤੇ ਖੁਸ਼ਕ ਕਰਨ ਤੋਂ ਬਾਅਦ ਉਹ ਕੀ ਪ੍ਰੋਸੈਸ ਉਹਦਾ। ਅਤੇ ਦੇਖੋ ਵੀਰੋ, ਜੇ ਤੁਸੀਂ ਇਹ ਕਰ ਸਕਦੇ ਆ ਕਿ ਤੁਸੀਂ ਆਪਣੀ ਜਿਹੜੀ ਰੂਟੀਨ ਚੇਂਜ ਕਰ ਲਵੋ, ਉਹਦੇ ਨਾਲ ਬੱਕਰੀ ਦਾ ਜਿਹੜਾ ਮਿਹਦਾ ਵਗੈਰਾ ਵਾ ਉਹ ਵੀ ਠੀਕ ਰਹੇਗਾ। ਬੱਕਰੀ 'ਤੇ ਕੋਈ ਜ਼ਿਆਦਾ ਜਿਹੜਾ ਬੁਰੇ ਅਸਰਾਤ ਵਗੈਰਾ ਜਿਹੜੇ ਆ ਨਾ ਖੁਰਾਕ ਦੇ ਵਿੱਚ ਮਤਲਬ ਕਿ ਜੋ ਹੀ ਖੁਰਾਕ ਚੇਂਜ ਕਰਦੇ ਆ ਅਤੇ ਕੋਈ ਬੱਕਰੀ ਜਿਹੜੀ ਸਾਡੀ ਬਿਮਾਰ ਵਗੈਰਾ ਨਹੀਂ ਹੋਏਗੀ। ਇੱਕ ਤਾਂ ਬੱਕਰੀ ਦਾ ਮਿਹਦਾ ਵਗੈਰਾ ਠੀਕ ਰਹੇਗਾ। ਤੁਸੀਂ ਜਿਹੜੀ ਆ ਨਾ ਇੱਕ ਟਾਈਮ ਸਬਜ਼ ਆਪਣੇ ਜਾਨਵਰ ਨੂੰ ਖੁਰਾਕ ਦੇਵੋ ਅਤੇ ਇੱਕ ਟਾਈਮ ਉਹਨਾਂ ਨੂੰ ਖੁਸ਼ਕ ਦੇਵੋ। ਹੁਣ ਜਿਸ ਤਰ੍ਹਾਂ ਕਿ ਸੁਬਾਹ ਟਾਈਮ ਮੈਂ ਖੁੱਲੀ ਜਿਹੜੀ ਪੱਠਿਆਂ ਦੀ ਭਰ ਦਿੰਦਾ ਵਾਂ, ਦੋਵੇਂ ਖੁੱਲੀਆਂ ਨਾ ਪੱਠਿਆਂ ਦੀਆਂ ਭਰ ਦਿੰਦਾ ਵਾਂ। ਤੁਸੀਂ ਹੁਣ ਦੇਖ ਸਕਦੇ ਤਕਰੀਬਨ ਕੋਈ 12-12 ਦਾ ਟਾਈਮ ਆ। ਸੁਬਾਹ ਮੈਂ ਇਹਨਾਂ ਨੂੰ ਤਕਰੀਬਨ 8:30 ਵਜੇ ਨਾਲ ਮੈਂ ਪੱਠੇ ਪਾ ਦਿੱਤੇ ਸੀਗੇ। ਸੁਬਾਹ ਟਾਈਮ ਨਾ 8:30 ਵਜੇ ਮੈਂ ਇਹਨਾਂ ਨੂੰ ਚਾਰਾ ਵਗੈਰਾ ਦੇ ਦਿੱਤਾ ਸੀ। ਅਤੇ ਲੇਕਿਨ ਤੁਸੀਂ ਜਿਹੜਾ ਵਾ ਆਪਣਾ ਵੀ ਸੁਬਾਹ ਦੇ ਟਾਈਮ ਜਿਹੜਾ ਸਬਜ਼ ਕਰ ਲਵੋ, ਤਾਂ ਕਿ ਅਗਰ ਬੱਕਰੀ ਕੋਈ ਪਿਸ਼ਾਬ ਵਗੈਰਾ ਵੀ ਕਰੇ ਉਹ ਬਾਹਰ ਹੀ ਕਰੇ, ਠੀਕ ਹੈ, ਸਬਜ਼ ਚਾਰਾ ਖਾ ਕੇ। ਅਤੇ ਸ਼ਾਮ ਦੇ ਟਾਈਮ ਤੁਸੀਂ ਆਪਣੇ ਜਾਨਵਰਾਂ ਨੂੰ ਦੇਵੋ ਖੁਸ਼ਕ ਚਾਰਾ। ਖੁਸ਼ਕ ਚਾਰੇ ਵਿੱਚ ਤੁਸੀਂ ਮੂੰਗੀ ਦਾ ਮਿੱਸਾ, ਚਨੇ ਦਾ ਮਿੱਸਾ, ਮੂੰਗਫਲੀ ਦਾ ਮਿੱਸਾ ਜਾਂ ਗੁਆਰੇ ਦਾ ਮਿੱਸਾ, ਜੋ ਕੁਛ ਵੀ ਤੁਸੀਂ ਜੋ ਵੀ ਤੁਹਾਡੇ ਕੋਲ ਵੀ ਅਵੇਲੇਬਲ ਹੈ ਬਣਾ ਤੁਸੀਂ ਉਹਨੂੰ ਦੇ ਸਕਦੇ ਆ, ਜਾਂ ਤੂੜੀ ਦਾਣਾ ਤੁਸੀਂ ਦੇ ਸਕਦੇ ਆ। ਅਤੇ ਤੁਸੀਂ ਸ਼ਾਮ ਦੇ ਟਾਈਮ ਤੁਸੀਂ ਉਹ ਕਰ ਲਵੋ, ਕਿਉਂਕਿ ਖੁਸ਼ਕ ਚਾਰਾ ਖਾਣ ਤੋਂ ਬਾਅਦ ਬੱਕਰੀ ਪਿਸ਼ਾਬ ਵਗੈਰਾ ਨਹੀਂ ਕਰਦੀ ਅਤੇ ਤੁਹਾਡਾ ਜਿਹੜਾ ਵਾ ਸ਼ੈੱਡ ਵਾ ਉਹ ਗਿੱਲਾ ਨਹੀਂ ਹੋਏਗਾ। ਹੁਣ ਤੁਸੀਂ ਦੇਖ ਸਕਦੇ ਹੋ ਮੁਰਗੀਆਂ ਵਗੈਰਾ ਸਾਹਮਣੇ ਫਿਰ ਰਹੀਆਂ, ਠੀਕ ਹੈ, ਸ਼ੈੱਡ ਦੇ ਵਿੱਚ। ਅਤੇ ਸ਼ੈੱਡ ਜਿਹੜਾ ਖੁਸ਼ਕ ਵਾ ਬਿਲਕੁਲ, ਠੀਕ ਹੈ। ਤਕਰੀਬਨ 3 ਦਿਨ ਹੋ ਗਏ ਆ ਮੈਨੂੰ ਉੱਥੇ ਦੇ ਸੁੱਕ ਪਾਈ ਨੂੰ, ਨਹੀਂ ਤਾਂ ਮੈਨੂੰ ਤਕਰੀਬਨ ਡੇਲੀ ਜਿਹੜਾ ਵਾ ਨਾ ਅੱਗੇ ਮੈਂ ਕਿਉਂਕਿ ਬੱਕਰੀਆਂ ਨੂੰ ਪਾਣੀ ਜ਼ਿਆਦਾ ਪਿਲਾ ਦਿੰਦਾ ਸੀ ਸ਼ੀਰਾ ਰਾਹ ਪਾ ਕੇ। ਅਤੇ ਕਿਉਂਕਿ ਸ਼ੀਰਾ ਰਾਹ ਪਾਉਣ ਤੋਂ ਬਾਅਦ ਜਿਹੜਾ ਪਾਣੀ ਸਾਰਾ ਮਿੱਠਾ ਹੋ ਜਾਂਦਾ ਵਾ, ਗੁੜ ਦੀ ਜਿਹੜੀ ਆ ਖੁਸ਼ਬੂ ਆ ਬੱਕਰੀਆਂ ਨੂੰ ਮਿਲਦੀ ਆ, ਅਤੇ ਉਹ ਫਿਰ ਬੱਕਰੀਆਂ ਜਿਹੜਾ ਪਾਣੀ ਜ਼ਿਆਦਾ ਪੀਂਦੀਆਂ ਸੀਗੀਆਂ, ਜਿਹਦੀ ਵਜ੍ਹਾ ਤੋਂ ਫਿਰ ਬੱਕਰੀਆਂ ਦੇ ਸ਼ੈੱਡ ਦੇ ਵਿੱਚ ਜਾ ਕੇ ਪਿਸ਼ਾਬ ਵਗੈਰਾ ਜ਼ਿਆਦਾ ਕਰਦੀਆਂ ਸੀਗੀਆਂ। ਲੇਕਿਨ ਸੁਬਾਹ ਨੂੰ ਜਿਹੜਾ ਖੁਸ਼ਕ ਚਾਰਾ ਪਾਈਦਾ, ਸਬਜ਼ ਚਾਰਾ ਪਾਈਦਾ ਵਾ, ਅਤੇ ਬੱਕਰੀਆਂ ਜਿਹੜੀਆਂ ਪਾਣੀ ਵਗੈਰਾ ਫਿਰ ਨਹੀਂ ਪੀਂਦੀਆਂ। ਇਸ ਕਰਕੇ ਸ਼ਾਮ ਨੂੰ ਜਦੋਂ ਖੁਸ਼ਕ ਚਾਰਾ ਪਾਈਦਾ ਵਾ ਨਾ, ਫਿਰ ਤਕਰੀਬਨ ਕੋਈ ਅੱਧੀ ਕੁ ਬਾਲਟੀ ਜਿਹੜੀ ਪਾਣੀ ਦੀ ਨਾ ਇਹਨਾਂ ਨੂੰ ਪਿਲਾ ਦੇਈਦੀ ਆ। ਅਤੇ ਪਿਲਾਉਣ ਤੋਂ ਬਾਅਦ ਫਿਰ ਬੱਕਰੀਆਂ ਆਪਾਂ ਸ਼ੈੱਡ ਦੇ ਵਿੱਚ ਵਾੜ ਦੇਈਦੀਆਂ। ਹੁਣ ਸਬਜ਼ ਚਾਰੇ ਦੀ ਜਿਹੜੀ ਰੂਟੀਨ ਆਪਣੀ, ਇੱਕ ਟਾਈਮ ਸਬਜ਼ ਅਤੇ ਇੱਕ ਟਾਈਮ ਖੁਸ਼ਕ, ਉਹ ਜਦੋਂ ਹੋਏਗਾ ਕੀ ਉਹਦਾ ਨਹੀਂ ਹੋਏਗਾ ਕਿ ਜਿਹੜਾ ਤੁਹਾਡਾ ਸਬਜ਼ ਚਾਰਾ ਵਾ ਨਾ ਉਹਨੂੰ ਅਗਰ ਤੁਸੀਂ ਸੇਲ ਕਰਨਾ ਚਾਹੋ ਤੁਸੀਂ ਸੇਲ ਵੀ ਕਰ ਸਕਦੇ ਆ। ਅਗਰ ਤੁਸੀਂ ਆਪਣੇ ਜਾਨਵਰਾਂ ਨੂੰ ਪਾਓ ਤਾਂ ਉਹ ਸਭ ਤੋਂ ਬੈਸਟ ਵਾ, ਠੀਕ ਆ। ਤੁਸੀਂ ਆਪਣੇ ਜਾਨਵਰਾਂ ਨੂੰ ਪਾਓ ਕਿਉਂਕਿ ਤੁਹਾਡੇ ਕੋਲ ਹੈਗਾ ਵਾ, ਤੁਹਾਡੇ ਕੋਲ ਅਵੇਲੇਬਲ ਆ ਚਾਰਾ, ਠੀਕ ਆ। ਅਗਰ ਤੁਹਾਡੇ ਕੋਲ ਚਾਰਾ ਅਜ਼ਾਫੀ ਆ ਤਾਂ ਤੁਸੀਂ ਆਪਣੇ ਜਾਨਵਰਾਂ ਦੇ ਹਿਸਾਬ ਨਾਲ ਆਪਣਾ ਜਿਹੜਾ ਚਾਰਾ ਰੱਖ ਕੇ ਅਤੇ ਬਾਕੀ ਤੁਸੀਂ ਆਪਣਾ ਸੇਲ ਕਰਨਾ ਸ਼ੁਰੂ ਕਰੋ, ਤਾਂ ਕਿ ਤੁਹਾਡੀ ਜਿਹੜੀ ਜੇਬ ਖਾਲੀ ਨਾ ਹੋਵੇ। ਵੀ ਜਿੰਨੀ ਦੇਰ ਤੁਹਾਡਾ ਚਾਰਾ ਮੌਜੂਦ ਹੋਏਗਾ ਉਨੀ ਦੇਰ ਤੁਹਾਡਾ ਜਿਹੜਾ ਵਾ ਤੁਹਾਡੀ ਜੇਬ ਇਨਸ਼ਾਅੱਲਾ ਖਾਲੀ ਨਹੀਂ ਹੋਏਗੀ। ਅਤੇ ਉਸ ਤੋਂ ਬਾਅਦ ਹੁਣ ਚਾਰੇ ਨਾਲ ਜਿਹੜੀ ਰੂਟੀਨ ਆ ਉਹ ਫ਼ਰਕ ਇਹ ਪਏਗਾ ਜਾਨਵਰਾਂ 'ਤੇ ਵੀ ਜਾਨਵਰਾਂ ਦਾ ਜਿਹੜਾ ਮਿਹਦਾ ਵਗੈਰਾ ਠੀਕ ਰਹੇਗਾ। ਕਿਉਂਕਿ ਜਦੋਂ ਅਸੀਂ ਯਕਦਮ ਹੀ ਚੇਂਜ ਕਰ ਦਿੰਦੇ ਆ ਨਾ ਖੁਰਾਕ, ਫਿਰ ਜਿਹੜਾ ਅੰਤਰੀਆਂ ਦਾ ਜ਼ਹਿਰ ਜਿਹਨੂੰ ਆਪਾਂ ETV ਦਾ ਅਟੈਕ ਕਹਿ ਦਿੰਦੇ ਆ, ਉਹ ਬੱਕਰੀਆਂ 'ਤੇ ਅੱਲਾ ਮਾਫ਼ ਕਰੇ ਜਿਹੜਾ ਫਿਰ ਜਾਨਵਰ ਸਾਨੂੰ ਨੁਕਸਾਨ ਕਰਦਾ, ਉਹ ਜਿਹੜੀ ਹੈ ਨਾ ਮਸਲਾ ਜਿਹੜਾ ਜਾਨਵਰ ਨੂੰ ਬਣ ਜਾਂਦਾ। ਅਤੇ ਇਸ ਕਰਕੇ ਤੁਸੀਂ ਜਿਹੜਾ ਵਾ ਨਾ ਆਪਣੀ ਖੁਰਾਕ ਜਿਹੜੀ ਆ ਸੇਮ ਰੱਖੋ। ਅਗਰ ਤੁਹਾਡੀ ਟੋਟਲ ਜਿਹੜੀ ਖੁਸ਼ਕ ਖੁਰਾਕ ਆ ਤਾਂ ਤੁਸੀਂ ਤਕਰੀਬਨ ਕੋਈ ਹਫ਼ਤੇ ਬਾਅਦ ਜਾਂ 2 ਜਾਂ 3 ਦਿਨ ਬਾਅਦ ਤੁਸੀਂ ਜਿਹੜਾ ਨਾ ਸਬਜ਼ ਚਾਰਾ ਨਾਲ ਲਾਜ਼ਮੀ ਦੇਵੋ। ਜੇ ਅਗਰ ਤੁਸੀਂ ਟੋਟਲ ਸਬਜ਼ ਦੇ ਰਹੇ ਆ ਫਿਰ ਤੁਸੀਂ ਹਫ਼ਤੇ 'ਚ ਇੱਕ ਦਫਾ ਜਾਂ 2-3 ਦਿਨ ਬਾਅਦ ਤੁਸੀਂ ਖੁਸ਼ਕ ਚਾਰਾ ਵੀ ਲਾਜ਼ਮੀ ਦੇਵੋ, ਤਾਂ ਕਿ ਅਗਰ ਤੁਹਾਡੀ ਖੁਰਾਕ ਵਗੈਰਾ ਚੇਂਜ ਵੀ ਹੋਵੇ ਤਾਂ ਤੁਹਾਡੇ ਜਾਨਵਰ 'ਤੇ ਕੋਈ ਉਹਦਾ ਅਸਰ ਵਗੈਰਾ ਨਾ ਹੋਵੇ, ਬੁਰਾ ਅਸਰ ਨਾ ਹੋਵੇ ਤੁਹਾਡੇ ਜਾਨਵਰ 'ਤੇ। ਤੁਹਾਡੇ ਜਾਨਵਰ ਦੀ ਜਿਹੜੀ ਸਿਹਤ ਵਗੈਰਾ ਵਾ ਉਹ ਅੱਛੀ ਰਹੇ, ਜਾਨਵਰ ਕਮਜ਼ੋਰ ਨਾ ਹੋਵੇ। ਅਤੇ ਉਸ ਤੋਂ ਇਲਾਵਾ ਵੀ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਸੀ। ਅਗਰ ਤੁਹਾਡਾ ਸ਼ੈੱਡ ਵਗੈਰਾ ਤੁਹਾਨੂੰ ਪਤਾ ਵਾ ਸੁੱਕ ਪਾਈ ਆ, ਤੁਸੀਂ ਗਿੱਲੀ ਆ ਨਾ, ਹੁਣ ਆ ਮਾਸ਼ਾਅੱਲਾ ਮੈਂ ਮੁਰਗੀਆਂ ਛੱਡ ਦਿੰਦਾ ਇੱਥੇ ਸਾਹਮਣੇ, ਸ਼ਾਇਦ ਤੁਹਾਨੂੰ ਨਜ਼ਰ ਆ ਰਹੀਆਂ ਹੋਣ। ਅਤੇ ਮੁਰਗੀਆਂ ਵਗੈਰਾ ਜਦੋਂ ਮੈਂ ਆਪਣੀ ਛੱਡ ਦਿੰਦਾ ਵਾ ਤਾਂ ਮੁਰਗੀਆਂ ਵਗੈਰਾ ਇਹਨੂੰ ਫੋਲ ਦਿੰਦੀਆਂ ਅੱਛੀ ਤਰ੍ਹਾਂ, ਕਿਉਂਕਿ
ਜਿਹੜੇ ਕੀੜੇ ਮਕੌੜੇ ਹੁੰਦੇ ਆ ਨਾ ਸ਼ੈੱਡ ਦੇ ਵਿੱਚ, ਉਹ ਫਿਰ ਮੁਰਗੀਆਂ ਖਾ ਲੈਂਦੀਆਂ ਵਾ। ਮੁਰਗੀਆਂ ਨੂੰ ਮੈਂ ਦਾਣੇ ਨਹੀਂ ਪਾਉਂਦਾ, ਠੀਕ ਹੈ। ਜਿੱਦਾਂ ਮੈਂ ਮੁਰਗੀਆਂ ਬਾਹਰ ਨਹੀਂ ਛੱਡਦਾ, ਹੁਣ ਮੈਂ ਕੱਲ੍ਹ ਸਫਾਈ ਕੀਤੀ ਸੀਗੀ ਆ, ਹੁਣ ਮੈਂ ਮੁਰਗੀਆਂ ਛੱਡੀਆਂ ਵਾ। ਆਹ ਦੇਖ ਲਓ ਨੇ ਫੇਰ ਸਾਰੀ ਹੁਣ ਇੱਧਰ ਰੂੜੀ ਵਗੈਰਾ ਇਹਨਾਂ ਨੇ ਸਾਰੀ ਖਿਲਾਰ ਦਿੱਤੀ ਆ। ਹੁਣ ਮੈਂ ਫੇਰ ਇਕੱਠੀ ਕਰ ਦੇਣੀ ਆ, ਠੀਕ ਆ। ਮੈਨੂੰ 1 ਜਾਂ 1.5 ਮਿੰਟ ਲੱਗੇਗਾ ਸ਼ਾਇਦ, ਮੈਂ ਸਾਰੀ ਤਾਂ ਚਾੜ ਦੇਣੀ। ਫੇਰ ਉੱਥੇ ਹੀ ਕੰਮ ਆ ਜਾਂਦਾ ਵਾ। ਅਗਲੇ ਦਿਨ ਫੇਰ ਮੈਂ ਮੁਰਗੀਆਂ ਛੱਡ ਦੇਣੀਆਂ। ਇੱਕ ਤਾਂ ਮੁਰਗੀ ਨੂੰ ਫੋਲਦੀ ਰਹਿੰਦੀ, ਜਿਹੜੀ ਗਿੱਲੀ ਆ ਨਾ ਰੂੜੀ, ਜਿਹੜੀ ਗਿੱਲੀ ਹੋਈ ਆ ਸੁੱਕ, ਜਿਹੜੀ ਆਪਾਂ ਬੱਕਰੀਆਂ ਥੱਲੇ ਕੱਢੀ ਦੀ ਆ ਬੱਕਰੀਆਂ ਥੱਲੋਂ, ਉਹ ਵੀ ਫੋਲ ਦਿੰਦੇ, ਉਹ ਵੀ ਸੁੱਕ ਜਾਂਦੀ ਆ ਸਾਡੀ, ਉਹ ਜ਼ਾਇਆ ਨਹੀਂ ਜਾਂਦੀ, ਠੀਕ ਹੈ ਨਾ। ਅਤੇ ਇਸ ਕਰਕੇ ਤੁਸੀਂ ਨਾਲ ਕੋਈ ਮੁਰਗੀਆਂ ਵਗੈਰਾ ਜਾਨਵਰ ਵਗੈਰਾ ਲਾਜ਼ਮੀ ਰੱਖੋ। ਅਤੇ ਜਿਹਦਾ ਤੁਹਾਡੇ ਜਿਹੜਾ ਸ਼ੈੱਡ ਨੂੰ ਵੀ ਫਾਇਦਾ ਵਾ, ਤੁਹਾਡੇ ਜਾਨਵਰ ਨੂੰ ਵੀ ਫਾਇਦਾ ਵਾ। ਜਿਹੜੇ ਕੀੜੇ ਮਕੌੜੇ ਹੁੰਦੇ ਆ ਨਾ, ਉਹ ਮੁਰਗੀਆਂ ਸਾਡੀਆਂ ਖਾ ਖੁ ਲੈਂਦੀਆਂ। ਅਤੇ ਜਿਹੜੀਆਂ ਤੁਹਾਨੂੰ ਪਤਾ ਵਾ, ਫਿਰ ਆਹ ਹੁਣ ਸਬਜ਼ ਚਾਰਾ ਪਾਉਂਦਾ ਵਾ ਨਾ ਮੈਂ, ਡੇਲੀ ਤਕਰੀਬਨ ਇੱਕ ਮੁੱਠ ਭਰ ਕੇ ਜਿਹੜੀ ਸਬਜ਼ ਚਾਰੇ ਦੀ ਸਿੱਟ ਦਿੰਦਾ ਮੁਰਗੀਆਂ ਅੱਗੇ, ਮੁਰਗੀਆਂ ਸਬਜ਼ ਚਾਰਾ ਖਾ ਲੈਂਦੀਆਂ, ਦਾਣੇ ਵਗੈਰਾ ਦੀ ਲੋੜ ਹੀ ਕੋਈ ਨਹੀਂ। ਅਤੇ ਹੁਣ ਮਾਸ਼ਾ ਤੁਸੀਂ ਮੁਰਗੀਆਂ ਦੀ ਵੀ ਸਿਹਤ ਦੇਖ ਸਕਦੇ ਹੋ, ਠੀਕ ਹੈ। ਆਹ ਤੁਹਾਡੇ ਸਾਹਮਣੇ ਹੀ ਹੈ, ਕੋਈ ਇਹਨਾਂ ਨੂੰ ਇਸ਼ੂ ਨਹੀਂ ਹੈਗਾ ਐਡਾ, ਬੱਕਰੀਆਂ ਆਪਣੀਆਂ ਨੂੰ ਮਾਸ਼ਾਅੱਲਾ। ਅਤੇ ਇਹ ਤੁਸੀਂ ਦੇਖ ਸਕਦੇ ਹੋ ਹੁਣ। ਅਤੇ ਬਾਕੀ ਵੀਡੀਓ ਦਾ ਮਕਸਦ ਇਹ ਸੀਗਾ ਕਿ ਭਰਾਵਾਂ ਨੂੰ ਦੱਸਿਆ ਜਾਏ ਖੁਰਾਕ ਚੇਂਜ ਕਰਨੀ ਆ, ਅਤੇ ਉਹਦਾ ਤੁਸੀਂ ਕੀ ਪ੍ਰੋਸੈਸ ਰੱਖਣਾ ਵੀ, ਕਿੱਦਾਂ ਚੇਂਜ ਕਰਨੀ ਆ, ਕੀ ਤਰੀਕਾ ਕਾਰ ਆ ਉਹਦਾ। ਅਤੇ ਬਾਕੀ ਮਿਲਦੇ ਇੰਸ਼ਾ ਅੱਲਾਹ ਅਗਲੀ ਵੀਡੀਓ 'ਚ। ਦੁਆਵਾਂ 'ਚ ਯਾਦ ਰੱਖਿਓ। ਉਮੀਦ ਹੈ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਏਗੀ। ਅਗਰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰਿਓ, ਅਤੇ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ। ਬਹੁਤ ਸ਼ੁਕਰੀਆ। ਇੰਸ਼ਾ ਅੱਲਾਹ ਮਿਲਦੇ ਅਗਲੀ ਵੀਡੀਓ 'ਚ। ਦੁਆਵਾਂ 'ਚ ਯਾਦ ਰੱਖਣਾ। ਅੱਲਾਹ ਹਾਫਿਜ਼।